ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਦੇਖ ਰਹੇ ਹੋ ਸਿੱਖ ਚੈਨਲ ਤੇ ਆਪ ਜੀ ਦੀ ਸੇਵਾ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਸਿੱਖ ਵਿਰਾਸਤ ਇੰਟਰਨੈਸ਼ਨਲ, ਜਿਹਦੇ ਵਿੱਚ ਅਸੀਂ ਆਪ ਜੀ ਨੂੰ ਹਰ ਐਪੀਸੋਡ ਦੇ ਵਿੱਚ ਵੱਖ-ਵੱਖ ਮਹਾਨ ਸ਼ਖਸੀਅਤਾਂ, ਗੁਰੂ ਸਾਹਿਬਾਨ ਤੇ ਗੁਰੂ ਕੇ ਸਿੱਖਾਂ ਦੇ ਜੀਵਨ ਬਾਰੇ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਅੱਜ ਆਪ ਜੀ ਦਾ ਸੇਵਾਦਾਰ ਨਿਰਮਲਜੀਤ ਸਿੰਘ ਆਪ ਜੀ ਦੇ ਸਨਮੁਖ ਲੈ ਕੇ ਹਾਜ਼ਰ ਹੋਇਆ ਹੈ ਪੰਥ ਦੀ ਉਸ ਮਾਇਨਾਜ਼ ਹਸਤੀ ਨੂੰ, ਜਿਨ੍ਹਾਂ ਨੂੰ ਸਾਰੀ ਕੌਮ ਦਾ ਬਾਦਸ਼ਾਹ ਤੇ ਸਾਰੀ ਕੌਮ ਦਾ ਜਰਨੈਲ ਹੋਣ ਦਾ ਮਾਣ ਪ੍ਰਾਪਤ ਹੈ। ਸੁਲਤਾਨੁਲ ਕੌਮ ਦਾ ਖਿਤਾਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਮਿਲਿਆ ਹੈ। ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜਾ ਖਾਲਸਾ ਰਾਜ ਦਾ ਸੁਪਨਾ ਦੇਖਦਾ ਹੈ ਤੇ ਖਾਲਸਾ ਰਾਜ ਨੂੰ ਸੰਪੂਰਨ ਕਰਨ ਵਿੱਚ ਆਪਣੀ ਜ਼ਿੰਦਗੀ ਲਾ ਦਿੰਦਾ ਹੈ। ਉਸ ਮਹਾਨ ਸ਼ਖਸੀਅਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਮੈਂ ਉਹਨਾਂ ਦੀ ਜੀਵਨੀ ਦੀ ਸਾਂਝ ਆਪ ਜੀ ਨਾਲ ਪਾਉਣ ਦੀ ਕੋਸ਼ਿਸ਼ ਕਰਦਾ। ਸਰਦਾਰ ਜੱਸਾ ਸਿੰਘ ਦੇ ਪਿਤਾ ਸਰਦਾਰ ਬਦਰ ਸਿੰਘ, ਇਹਨਾਂ ਦਾ ਖਾਨਦਾਨ ਭਾਈ ਸਾਧੂ ਤੋਂ ਸ਼ੁਰੂ ਹੁੰਦਾ। ਭਾਈ ਸਾਧੂ ਸਿੰਘ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੇਲੇ ਦੇ ਸਿੱਖੀ ਧਾਰਨ ਕੀਤੀ ਹੋਈ ਪਰਿਵਾਰ ਤੁਰਦਾ ਹੈ। ਉਸੇ ਭਾਈ ਬਦਰ ਸਿੰਘ ਦੇ ਘਰ 3 ਮਈ 1718 ਈਸਵੀ ਨੂੰ ਇੱਕ ਬਾਲਕ ਦਾ ਜਨਮ ਹੁੰਦਾ ਹੈ। ਇਤਿਹਾਸ ਕਹਿੰਦਾ ਕਿ ਪਰਿਵਾਰ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਸਤਿਗੁਰੂ ਬਖਸ਼ਿਸ਼ ਕਰਕੇ ਘਰ ਔਲਾਦ ਦੀ ਦਾਤ ਬਖਸ਼ੋ, ਤੇ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਦੀ ਅਸੀਸ ਸੀ ਤੇ ਇਹ 1718 ਈਸਵੀ ਦੇ ਵਿੱਚ ਸਰਦਾਰ ਬਦਰ ਸਿੰਘ ਦੇ ਘਰ ਇਹ ਪੁੱਤਰ ਪੈਦਾ ਹੋਇਆ ਹੈ, ਜਿਸ ਦਾ ਨਾਮ ਰੱਖਿਆ ਗਿਆ ਸਰਦਾਰ ਜੱਸਾ ਸਿੰਘ। ਅਕਾਲ ਪੁਰਖ ਦੇ ਭਾਣੇ ਵਿੱਚ 1722 ਈਸਵੀ ਵਿੱਚ ਸਰਦਾਰ ਬਦਰ ਸਿੰਘ ਅਚਾਨਕ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਸਰਦਾਰ ਜੱਸਾ ਸਿੰਘ ਦੀ ਮਾਤਾ ਜੀ, ਜਿਹੜੀ ਉੱਚੇ ਸੁੱਚੇ ਜੀਵਨ ਵਾਲੀ ਹੈ, ਜਿਸ ਦਾ ਕੀਰਤਨ ਸੰਗਤਾਂ ਦੇ ਮਨ ਨੂੰ ਮੋਹ ਲੈਂਦਾ ਹੈ, 2 ਤਾਰਾ ਲੈ ਕੇ ਨਿਤਨੇਮ ਕਰਨ ਵਾਲੀ ਤੇ ਪੁਰਾਤਨ ਇਤਿਹਾਸ ਨੂੰ ਆਪਣੇ ਜੀਵਨ ਵਿੱਚ ਜਿਉਣ ਵਾਲੀ ਉਹ ਮਾਂ ਦੇ ਸਿਰ ਤੇ ਜ਼ਿੰਮੇਵਾਰੀ ਪਈ ਹੈ। ਨਾਲ ਮਾਮਾ ਜੀ ਸਰਦਾਰ ਬਾਗ ਸਿੰਘ ਜੀ ਗੁਰਮੁਖ ਪਿਆਰੇ ਨੇ। ਇਹਨਾਂ ਦੀ ਸੰਗਤ ਮਿਲਣੀ ਸ਼ੁਰੂ ਹੋਈ ਤੇ 1723 ਦੇ ਵਿੱਚ ਸੰਗਤ ਦਰਸ਼ਨ ਕਰਨ ਵਾਸਤੇ ਜਾ ਰਹੀ ਹੈ ਮਾਤਾ ਸੁੰਦਰ ਕੌਰ ਜੀ ਦੇ ਦਿੱਲੀ ਵਿਖੇ। ਇਹ ਮਾਂ ਪੁੱਤਰ ਵੀ ਚਲੇ ਗਏ। ਜਦੋਂ ਸਰਦਾਰ ਜੱਸਾ ਸਿੰਘ ਜੀ ਦੀ ਮਾਤਾ ਨੇ ਮਾਤਾ ਸੁੰਦਰ ਕੌਰ ਜੀ ਨੂੰ ਕੀਰਤਨ ਸਰਵਣ ਕਰਾਇਆ, ਇੰਨਾ ਪਿਆਰ ਭਰਿਆ ਕੀਰਤਨ ਸੀ ਕਿ ਮਾਤਾ ਜੀ ਨੇ ਇਹਨਾਂ ਮਾਂ ਪੁੱਤਾਂ ਨੂੰ ਆਪਣੇ ਕੋਲ ਰਹਿਣ ਲਈ ਹੁਕਮ ਕਰ ਦਿੱਤਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਮਾਤਾ ਸੁੰਦਰੀ ਜੀ ਨੇ ਮਾਨੋ ਆਪਣਾ ਪੁੱਤ ਬਣਾਇਆ ਹੋਇਆ ਸੀ। ਮਾਤਾ ਸੁੰਦਰੀ ਜੀ ਕੋਲ ਰਹਿ ਕੇ ਅਰਬੀ, ਫਾਰਸੀ, ਦਿੱਲੀ ਦੀ ਰਾਜਨੀਤੀ ਇਸ ਤੇਜ ਬੁੱਧੀ ਵਾਲੇ ਬਾਲਕ ਨੇ ਸਿੱਖਣੀ ਸ਼ੁਰੂ ਕੀਤੀ ਹੈ। ਮਾਤਾ ਜੀ ਇੰਨਾ ਪਿਆਰ ਕਰਦੇ ਨੇ, ਅਸੀਸ ਦਿੰਦੇ ਨੇ, ਖਾਸ ਖਿਆਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਰੱਖਦੇ ਨੇ। 1729 ਵਿੱਚ ਤਕਰੀਬਨ 6 ਸਾਲ ਮਾਤਾ ਸੁੰਦਰੀ ਜੀ ਦੇ ਕੋਲ ਰਹਿ ਕੇ ਇਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਪਣੇ ਮਾਮਾ ਜੀ ਤੇ ਮਾਤਾ ਜੀ ਦੇ ਨਾਲ ਜਲੰਧਰ ਆ ਜਾਂਦੇ ਨੇ। ਤੁਰਨ ਲੱਗਿਆ ਮਾਤਾ ਜੀ ਨੇ ਇੱਕ ਕੀਮਤੀ ਪੋਸ਼ਾਕ ਦਿੱਤੀ ਹੈ, 5 ਤੀਰ ਦਿੱਤੇ ਹਨ, ਨਾਲ ਨੇਜਾ ਦਿੱਤਾ ਹੈ, ਗੁਰਜ ਦਿੱਤਾ ਹੈ ਤੇ ਅਸੀਸ ਦਿੱਤੀ ਹੈ ਕਿ ਤੇਰੇ ਅੱਗੇ ਪਿੱਛੇ ਚੌਬਦਾਰ ਹੋਣਗੇ, ਭਾਵ ਤੁਹਾਡਾ ਰਾਜ ਚੱਲੇਗਾ। ਮਾਤਾ ਸੁੰਦਰੀ ਜੀ ਦੀ ਗੋਦ ਦਾ ਇਹ ਪਿਆਰਾ ਲਾਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਆਪਣੀ ਮਾਤਾ ਦੇ ਨਾਲ ਆਇਆ ਜਲੰਧਰ। ਕਰਤਾਰਪੁਰ ਦੇ ਇਲਾਕੇ ਵਿੱਚ ਉਸ ਸਮੇਂ ਦੇ ਕੌਮੀ ਜਥੇਦਾਰ ਸਰਦਾਰ ਨਵਾਬ ਸਿੰਘ ਜੀ ਨੇ ਠਿਕਾਣਾ ਕੀਤਾ ਹੋਇਆ। ਇਸ ਠਿਕਾਣੇ ਦੇ ਵਿੱਚ ਬਹੁਤ ਸਾਰੇ ਸਿੱਖ ਨੇ। ਸਰਦਾਰ ਬਾਗ ਸਿੰਘ ਵੀ ਉੱਥੇ ਪਹੁੰਚੇ ਆਪਣੀ ਭੈਣ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ। ਜਦੋਂ ਅੰਮ੍ਰਿਤ ਵੇਲੇ ਚਿੜੀ ਚੌਕੀ ਪੋਹ ਫੁੱਟੀ ਦੇ ਸਮੇਂ ਵਿੱਚ ਮਾਤਾ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਆਪਣੇ 2 ਤਾਰੇ ਨਾਲ ਕੀਤਾ। ਇਸ ਬੱਚੇ ਦੀ ਆਵਾਜ਼ ਮਿਲੀ ਹੈ। ਉਸ ਸਮੇਂ ਸਾਰਾ ਪੰਥ ਖੁਸ਼ੀ ਵਿੱਚ, ਆਨੰਦ ਵਿੱਚ ਆ ਗਿਆ। ਕੀਰਤਨ ਤੋਂ ਬਾਅਦ ਤਕਰੀਬਨ 3 ਮਹੀਨੇ ਇਹਨਾਂ ਮਾਂ ਪੁੱਤਾਂ ਨੇ ਗੁਰੂ ਖਾਲਸਾ ਪੰਥ ਦੀ ਸੇਵਾ ਕੀਰਤਨ ਨਾਲ ਤੇ ਲੰਗਰ ਨਾਲ ਕੀਤੀ ਹੈ। ਕਿੰਨੇ ਕੁ ਪ੍ਰਸੰਨ ਹੋਏ ਹੋਣਗੇ ਕੀਰਤਨ ਤੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਕਿ ਨਵਾਬ ਕਪੂਰ ਸਿੰਘ ਜੀ ਮਾਂ ਨੂੰ ਕਹਿੰਦੇ ਨੇ, ਮਾਂ ਇਹ ਪੁੱਤਰ ਪੰਥ ਦੀ ਝੋਲੀ ਵਿੱਚ ਪਾ ਦਿਓ, ਇਹ ਪੁੱਤਰ ਪੰਥ ਨੂੰ ਦੇ ਦਿਓ।
ਮਾਂ ਨੇ ਖੁਸ਼ੀ ਖੁਸ਼ੀ ਆਪਣਾ ਇਹ ਪੁੱਤਰ ਪੰਥ ਨੂੰ ਸਮਰਪਿਤ ਕੀਤਾ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਨਵਾਬ ਕਪੂਰ ਸਿੰਘ ਨੇ ਇੱਕ ਤਰੀਕੇ ਨਾਲ ਆਪਣੇ ਧਰਮ ਦਾ ਪੁੱਤਰ ਬਣਾਇਆ ਹੈ। ਘੋੜਸਵਾਰੀ, ਸ਼ਸਤਰ ਵਿਦਿਆ, ਤੀਰਅੰਦਾਜ਼ੀ, ਬੰਦੂਕ ਦੀ, ਇੱਥੋਂ ਤੱਕ ਕਿ ਤੋਪ ਤੱਕ ਦੀ ਸਿਖਲਾਈ ਨਵਾਬ ਕਪੂਰ ਸਿੰਘ ਜੀ ਨੇ ਦਿੱਤੀ ਹੈ ਤੇ ਸੇਵਾ ਮਿਲੀ ਹੈ ਘੋੜਿਆਂ ਨੂੰ ਦਾਣਾ ਪਾਉਣ ਦੀ। ਸਮਝ ਲੈਣਾ, ਗੁਰੂ ਗ੍ਰੰਥ ਦੀ ਸੇਵਾ ਅਸਲ ਵਿੱਚ ਗੁਰੂ ਪੰਥ ਦੀ ਸੇਵਾ ਹੈ। ਇਹ ਘੋੜਿਆਂ ਦੀ ਸੇਵਾ ਕਰਦੇ ਨੇ ਕਿਉਂਕਿ ਦਿੱਲੀ ਵਿੱਚ ਰਹਿਣ ਕਰਕੇ ਬੋਲੀ ਥੋੜੀ ਹਿੰਦੁਸਤਾਨੀ ਹਿੰਦਵੀ ਹੋ ਗਈ ਸੀ, ਹਮਕੀ ਤੁਮਕੀ ਕਰਦੇ ਨੇ ਤੇ ਕਈ ਵਾਰੀ ਸਿੰਘਾਂ ਨੇ ਮਖੌਲ ਕਰਨਾ, ਬੱਚਾ ਜਾਣ ਕੇ ਕਈ ਵਾਰੀ ਇੱਕ ਅੱਧਾ ਧੱਫਾ ਵੀ ਲਾ ਦੇਣਾ, ਧੌਲ ਵੀ ਲਾ ਦੇਣਾ, ਚਪੇੜ ਲਾ ਦੇਣੀ। ਇੱਕ ਦਿਨ ਆਣ ਕੇ ਮਨ ਦੁਖੀ ਹੋਇਆ ਸੀ, ਨਵਾਬ ਕਪੂਰ ਸਿੰਘ ਨੂੰ ਕਹਿੰਦੇ ਨੇ ਮੈਂ ਨਹੀਂ ਕਰਨੀ ਤੇਰੇ ਸਿੰਘਾਂ ਦੀ ਸੇਵਾ, ਇਹ ਮੈਨੂੰ ਛੇੜਦੇ ਨੇ, ਮੈਨੂੰ ਚੜਾਉਂਦੇ ਨੇ। ਕਿੰਨਾ ਕੁ ਪੰਥ ਦਾ ਮਾਣ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਨਵਾਬ ਕਪੂਰ ਸਿੰਘ ਕਹਿੰਦੇ ਨੇ ਬੇਟਾ ਨਹੀਂ, ਮੇਰੇ ਵਰਗੇ ਲਿੱਦ ਚੁੱਕਣ ਵਾਲੇ ਨੂੰ ਇਹਨਾਂ ਨੇ ਨਵਾਬ ਬਣਾ ਦਿੱਤਾ ਹੈ। ਗੁਰੂ ਖਾਲਸਾ ਪੰਥ ਦੀ ਸੇਵਾ ਕਰ, ਇਹ ਤੈਨੂੰ ਬਾਦਸ਼ਾਹ ਬਣਾ ਸਕਦੇ ਨੇ, ਕੋਈ ਵੱਡੀ ਗੱਲ ਨਹੀਂ। ਦੇਖੋ ਪੰਥ ਕਿੰਨਾ ਜਥੇਦਾਰ ਦਾ ਸਤਿਕਾਰ ਕਰਦਾ ਹੈ। ਜਥੇਦਾਰ ਵੀ ਕੌਮ ਦਾ ਸੀ ਤੇ ਕੌਮ ਜਥੇਦਾਰ ਦੀ ਸੀ। ਮੈਂ ਇੱਕ ਗੱਲ ਕਵਾਂ, ਨਾ ਅੱਜ ਕੌਮ ਜਥੇਦਾਰ ਦੀ ਰਹਿ ਗਈ ਹੈ ਤੇ ਨਾ ਜਥੇਦਾਰ ਕੌਮ ਦੇ ਰਹਿ ਗਏ ਨੇ। ਗੁਰੂ ਕਿਰਪਾ ਕਰੇ ਉਹ ਜਥੇਦਾਰ ਤੇ ਉਹ ਕੌਮੀ ਦਰਦ, ਕੌਮੀ ਡਿਸਿਪਲਿਨ ਸਾਨੂੰ ਮਿਲ ਜਾਵੇ। ਸੇਵਾ ਕਰਦੇ ਨੇ, ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। 1746 ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ, ਇਹ ਸਮਾਂ ਹੈ ਤਕਰੀਬਨ ਸਰਦਾਰ ਜੱਸਾ ਸਿੰਘ ਦੀ ਉਮਰ ਉਸ ਸਮੇਂ 20 ਕੁ ਸਾਲ ਦੀ ਹੋ ਚੱਲੀ ਹੈ। ਛੋਟਾ ਘੱਲੂਘਾਰਾ ਵਾਪਰਦਾ ਹੈ। ਲਖਪਤ ਰਾਏ, ਜਿਸ ਦੇ ਭਰਾ ਜਸਪਤ ਰਾਏ ਨੂੰ ਸਿੱਖਾਂ ਨੇ ਲੜਾਈ ਦੇ ਵਿੱਚ ਖਤਮ ਕਰ ਦਿੱਤਾ ਹੈ। ਲਖਪਤ ਰਾਏ ਨੇ ਧਈਆ ਧਾਇਆ ਸੀ ਸਿੱਖਾਂ ਨੂੰ ਖਤਮ ਕਰਨਾ ਹੈ। ਕਾਹਨੂੰਵਾਨ ਦੇ ਛੰਭ ਵਿੱਚ ਸਿੱਖ ਇਕੱਠੇ ਨੇ, ਚਾਣਚੱਕ ਹਮਲਾ ਹੁੰਦਾ ਹੈ। ਪਿੱਛੇ ਰਾਵੀ ਦਾ ਪਾਣੀ ਚੜਿਆ ਹੋਇਆ, ਅੱਗੇ ਲਖਪਤ ਰਾਏ ਤੇ ਮੁਗਲੀਆ ਫੌਜਾਂ ਨੇ ਜਿਸ ਜੰਗਲ ਵਿੱਚ ਛੰਭ ਵਿੱਚ ਸਨ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ ਜਾਂ ਉਹਨਾਂ ਦੀ ਸਫਾਈ ਕਰ ਦਿੱਤੀ ਜਾਂਦੀ ਹੈ। ਬੜਾ ਮੁਸ਼ਕਿਲ ਦਾ ਸਮਾਂ ਸੀ। ਸਿੱਖ ਜਾਨ ਹੂਲ ਕੇ ਲੜੇ। ਇੱਕ ਪਾਸੇ ਨਵਾਬ ਕਪੂਰ ਸਿੰਘ ਨੇ, ਇੱਕ ਪਾਸੇ ਸਰਦਾਰ ਸੁੱਖਾ ਸਿੰਘ ਨੇ, ਇੱਕ ਪਾਸੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ, ਇੱਕ ਪਾਸੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ। ਇੰਨੀ ਮੁਸ਼ਕਿਲ ਦੀ ਘੜੀ ਬਣ ਗਈ ਸੀ ਕਿ ਹਾਰ ਕੇ ਪੰਥ ਨੇ ਫੈਸਲਾ ਕੀਤਾ ਭਈ ਜਿਸ ਦੀ ਜਿਵੇਂ ਜਾਨ ਬਚਦੀ ਹੈ ਬਚਾ ਲਓ। ਇਹਨੂੰ ਛੋਟਾ ਘੱਲੂਘਾਰਾ ਇਸ ਕਰਕੇ ਕਿਹਾ ਜਾਂਦਾ ਹੈ। ਤਕਰੀਬਨ 7000 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। 3000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਜਾ ਕੇ ਸ਼ਹੀਦ ਕੀਤਾ ਗਿਆ। ਥੋੜੀ ਜਿਹੀ ਗਿਣਤੀ ਸਿੱਖਾਂ ਦੀ ਹੈ ਤੇ ਇਹ 10,000 ਦੀ ਸ਼ਹਾਦਤ ਸਿੱਖਾਂ ਕੋਲੋਂ ਜਰਨੀ ਮੁਸ਼ਕਿਲ ਸੀ। ਇਸ ਕਰਕੇ ਇਤਿਹਾਸ ਵਿੱਚ ਨਾਮ ਇਹਨੂੰ ਛੋਟਾ ਘੱਲੂਘਾਰਾ ਦਿੱਤਾ ਹੈ। ਇਸ ਲੜਾਈ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਜ਼ਖਮ ਲੱਗੇ ਨੇ, ਪਰ ਸਨਮੁਖ ਹੋ ਕੇ ਲੜਨ ਦੀ ਪ੍ਰਵਿਰਤੀ ਉਸ ਦੇ ਅੰਦਰ ਹੈ। ਸਰਦਾਰ ਇਸ ਤੋਂ ਬਾਅਦ 1747 ਦਾ ਸਮਾਂ ਆਉਂਦਾ ਹੈ। ਸਿੱਖ ਇਤਿਹਾਸ ਵਿੱਚ ਇਹ ਉਹ ਸਮਾਂ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਹਿੰਦੁਸਤਾਨ ਤੇ ਪਹਿਲਾ ਹਮਲਾ ਹੁੰਦਾ ਹੈ। ਮੈਂ ਬੇਨਤੀ ਕਰਾਂ, 8 ਹਮਲੇ ਅਹਿਮਦ ਸ਼ਾਹ ਅਬਦਾਲੀ ਕਰਦਾ ਹੈ। ਦਿੱਲੀ ਤੱਕ ਇੰਨੀ ਬਰਬਾਦੀ ਕਰ ਜਾਂਦਾ ਹੈ ਕਿ ਇੱਕ ਗੱਲ ਪ੍ਰਚਲਿਤ ਸੀ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਬੜੇ ਤਗੜੇ ਤਰੀਕੇ ਨਾਲ ਨਿਸਤੋ ਬਸਤੂਰ ਕਰਦਾ ਹੋਇਆ ਦਿੱਲੀ ਨੂੰ ਫਤਿਹ ਕਰਦਾ ਹੈ। ਹਿੰਦੁਸਤਾਨ ਦੀ ਦੌਲਤ ਦੇ ਨਾਲ ਨੌਜਵਾਨ ਬੱਚੇ ਬੱਚੀਆਂ ਨੂੰ ਇਹ ਕੈਦ ਵਿੱਚ ਲੈ ਕੇ ਜਾਂਦਾ ਹੈ। ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਦਾ ਫਾਇਦਾ ਉਠਾਉਂਦਿਆਂ ਹੋਇਆਂ, ਕਿਉਂਕਿ ਹੁਣ ਦਿੱਲੀ ਤੇ ਲਾਹੌਰ ਸਿੱਖਾਂ ਤੋਂ ਅਵੇਸਲਾ ਹੋਇਆ ਸੀ, 1748 ਦੇ ਵਿੱਚ ਪੰਥ ਨੇ ਇਕੱਠਿਆਂ ਹੋ ਕੇ ਰਾਮ ਰੌਣੀ ਦਾ ਕਿਲ੍ਹਾ ਬਣਾਉਣ ਦੀ ਤਜਵੀਜ਼ ਰੱਖੀ ਹੈ ਤਾਂ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਰਾਖੀ ਕੀਤੀ ਜਾ ਸਕੇ। ਇਹ ਕਿਲ੍ਹਾ ਬਣਾਉਣ ਦੀ ਸੇਵਾ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਮਿਲੀ ਹੈ। ਇਹ ਗੁਰਮਤਾ ਸੀ ਉਸ ਸਮੇਂ ਦਾ, 1748 ਈਸਵੀ ਦਾ। ਮੈਂ ਬੇਨਤੀ ਕਰਾਂ, ਅਦੀਨਾ ਬੇਗ ਜਲੰਧਰ ਦਾ ਸੂਬੇਦਾਰ ਹੋਇਆ ਹੈ। ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਜ਼ਿਕਰ ਕੀਤਾ ਹੈ ਕਿ ਇਹ ਆਪਣੇ ਸਮੇਂ ਦਾ ਸਭ ਤੋਂ ਟੌਪ ਦਾ ਰਾਜਨੀਤਿਕ ਬੰਦਾ ਸੀ। ਲੋੜ ਪੈਣ ਤੇ ਸਿੱਖਾਂ ਦਾ ਕਤਲ ਵੀ ਕਰ ਦਿੰਦਾ ਹੈ, ਲੋੜ ਪੈਣ ਤੇ ਸਿੱਖਾਂ ਨੂੰ ਨਾਲ ਮਿਲਾ ਵੀ ਲੈਂਦਾ ਹੈ। ਜਦੋਂ ਸਿੱਖਾਂ ਕੋਲ ਆਉਂਦਾ ਕਹਿੰਦਾ ਜੀ ਮੈਂ ਬੋਦਾ ਸਿੰਘ ਹਾਂ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ। ਇਲਾਕੇ ਦੇ ਸਿੱਖਾਂ ਨੂੰ ਕਤਲ ਕਰਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡਦਾ। ਇਸ ਨੇ
चिट्ठी लिखी है भी आओ मेरे नाल मिल के अहमद शाह अब्दाली का मुकाबला करो, तुहानूं दिल्ली तो राज लै देंगा। आओ तुहानूं पंजाब दे राज वास्ते दिल्ली तो मंजूरी लै देंगा जिवें अज लई जा रही है। पर सरदार जस्सा सिंह का जवाब इतिहासक शब्दों में सांभिया होया है। उन्होंने जो बचन के कहन लगे, समझौता किसी सूरत में नहीं हो सकता, क्योंकि दोवां दे ख्याल में अंतर है। सिख उसे तलवार नाल राज लैणगे जिस तलवार नाल कदे मुगलों ने लिया सी। मुलाकात मैदाने जंग विच होवेगी। शहीदियां लए ते खून बहाए बगैर आज़ादियां नहीं मिलणगियां। चलदियां होईयां गोलियां ते बंदूकां साडियां गल्लां बातां होणगियां। सिखां दी चमकदी तलवार देख के मुगलिया हुकूमत समझौते की गल करती है। जदों ये तलवार चलेगी उदों फिर राज खालसे दे पैरां विच होवेगा। किड्डा भरोसा है अपने गुरु के बचनों उपर। कहते ने राज करेगा खालसा किसी के रहमो करम ते नहीं, वाहिगुरू की रहमत ते उसकी बख्शिश नाल होवेगा। जिन्हां दे मत्थे रब ने आप मुल्क लिखिया होवे वो होरनां पासों कागज की लिखवाउणगे। जिस ते दोनों जहानां दा पातशाह प्रसन्न होवे उन्हां नूं होर किसी की खुशी की लोड़ नहीं। कमाल की गल है। सरदार जस्सा सिंह आलूवालिया का भरोसा अकाल पुरख उपर, उसका सिदक ये गल प्रतीत करता है कि सतगुरु के भरोसे में जीवन वाला ये गुरु का सिख है। गुरु प्यारी साध संगत 7 अक्तूबर 1753 नूं नवाब कपूर सिंह जी अकाल चलाना कर जाते हैं। अकाल चलाना करन समय सरदार जस्सा सिंह आलूवालिए नूं दूर अंदेशी नाल सोच के कौम का जथेदार बनाना सोचते हैं। धन गुरु गोबिंद सिंह महाराज की दिती हुई फौलाद की चोब इन्हां ने सरदार जस्सा सिंह आलूवालिए नूं देख के कौमी जथेदार ऐलान कर दिता है। समा आउंदा है 2 नवंबर 1753 नूं मीर मन्नू मारिया जाता है अपने घोड़े के पिछे रगड़ के। सिख उस ही साल 1754 10 अप्रैल 1754 अगले साल विसाखी ते श्री अमृतसर साहब इकट्ठे होंदे ने। समूह पंथ ने मिलकर सरदार जस्सा सिंह आलूवालिए नूं अपना जथेदार चुनिया है। कौमी जथेदार सरबत खालसे के रूप में चुनिया जाता है। तो सरदार जस्सा सिंह फिर उत्थे जथे नियत करता है मिसलों के रूप में। तत खालसा तरना दल ते बुढ़ा दल बनता है। उत्थे ही 12 मिसलों की नींह धरी जाती है। नाल ही अगले साल 10 अप्रैल 1757 ईस्वी नूं अहमद शाह अब्दाली का पुत्र तैमूर शाह सचखंड श्री हरमंदर साहिब की बेदबी करता है। इस दौरान बाबा दीप सिंह जी अपनी शहादत दे के इन्हां जालमां का मुकाबला करते हैं। 21 मार्च 1758 नूं ਸਿੰਘਾਂ ने मरहटियां ते अदीना बेग नाल मिल के सरहंद फतेह की है। 20 अप्रैल नूं अफगान कैदी करके 20,000 ਜਿਹੜੇ अफगानां दे विचों बहुतिਆਂ ने सचखंड श्री हरमंदर साहिब की बेदबी की सी। सचखंड श्री हरमंदर साहिब का सरोवर पूरिया सी। वो 20,000 अफगान कैद करके उन्हां दे कोलों ही श्री दरबार साहिब सरोवर की जिहड़ी है वो सफाई करवाई जाती है। ये खालसे की एक प्राप्ति है। गुरु प्यारी साध संगत 1759 ईस्वी नूं सदीक बेग आनंदपुर साहिब ते हमला करता है, जिथे खालसा होला महला मनाउण वास्ते इकट्ठा होंदा है। इहदे विच सिखां दा नुकसान होंदा है। सरदार जस्सा सिंह आलूवालिया फिर जदों तैयारी नाल आउंदे ने ते उस समय गुरु प्यारी साध संगत ये जिहड़ा सादिक बेग है खालसे कोलों माफ़ी मंगदा है ते दोबारा गलती ना करन दी गल करदा है। इसे दौरान गुरु खालसे पंथ के जथे वक्रे वक्रे पंजाब के इलाकों में विचरते हैं। सरदार बघेल सिंह ते सरदार जस्सा सिंह रामगढ़ीए की नज़र दिल्ली वाल है। सरदार जस्सा सिंह कौमी जथेदार होने करके पंजाब दे विच फैले हुए जत्थियां की कमांड ही नहीं करता, सगों लोड़ पैण ते जिस जत्थे नूं लोड़ है उहदी जाके मदद भी करता है। ये मिसलों का इन्ना कौम नूं उस समय फायदा होया। आपो विच कोई शरीका नहीं सी, पर मैं संगत बेनती करदिआं ये मिसलां करके जे अहमद शाह अब्दाली एक मिसल नूं हराउंदा सी तां ओह मिसल दी हार सी पूरी कौम दी नहीं, दूसरी मिसल फिर लड़न वास्ते तैयार हो जाती सी। अहमद शाह अब्दाली का सिखां नाल सीधा ते कोई वैर नहीं सी संगत, पर गल इन्नी सी
कि जदों वो लुट के हिंदुस्तान नूं तुरदा है, बच्चियां पुकार करदियां ने, गुरु का खालसा फिर रुक नहीं सकता, क्योंकि खालसा सोए निरधन को पालै, खालसा सोए दुष्ट को गालै दे सिद्धांत अधीन खालसे की तेग चलती है तो अहमद शाह अब्दाली दे फौजां नूं हौलियां करके तोड़ देंदी है। अहमद शाह अब्दाली 1761 ईस्वी विच तकरीबन 3000 हिंदू लड़कियां नूं खालसे ने छुड़ा के घरों घरी पहुँचाया। इस तो पहलों सरदार जस्सा सिंह आलूवाली की एक जंग बिशंबर दास ते राजा भूप सिंह नाल हुंदी है। लड़ाई बहुत तगड़ी सी। सरदार जस्सा सिंह आलूवालीए ने अपने तीर ते तेग दे नाल दोनों नूं खत्म कर दिता है, पर उन्हां दी सूरबीरता करके अपने हत्थी दुशाला पा के सरदार जस्सा सिंह आलूवालीआ उन्हां दा संस्कार करदा है। सिखां ते पुछण ते कहंदा है, बहादुर दी कदर करनी गुरु के सिख दा फर्ज है। अहमद शाह अब्दाली एक गल सोच के बैठा है कि जिहड़ा हुण हमला मैं पंजाब दी हिंदुस्तान की धरती ते करना है, वो हमला दिल्ली फतेह करने वास्ते नहीं, वो मुगल पहाड़ी जां मराठियां वास्ते नहीं, क्योंकि मराठियां नूं हार दे चुकिया सी। उहदे इस हमले का इक्को एक टीचा सी कि इस हमले विच मैं सिखां दा बिल्कुल खात्मा कर देना, जड़ों खत्म कर देने ने। पूरी तैयारी करके आया सी, क्योंकि खालसे ने 1761 ਨੂੰ ਇਹ फैसला ਕੀਤਾ ਸੀ कि जिन्ने पंथ के दोखी ने उन्हां नूं सोधिया जावे। पंजाब ना हुण दिल्ली ते ना अफगानिस्तान, पंजाब विच गुरु के खालसे का राज होवेगा। जदों ये गल आकल दास नूं सिखां ने सुनेहा भेजिया, इहने अहमद शाह अब्दाली नूं सद्दा भेज दिता। गुरु के खालसे परिवारां समेत सन। इन्हां दा ख्याल सी कि तकरीबन 20-25 दिन लगणगे अहमद शाह अब्दाली नूं आउंदिआं, पर बड़ी छेती तैयारी करके अहमद शाह अब्दाली पहुँच गया। घुप दे इलाके विच सतगुरु सच्चे पातशाह जी के सिख परिवारां समेत ने। बहुत सारिया मिसलां इकट्ठियां सन, सिख इकट्ठे सन। ये सोच के कि अपने परिवारां नूं मालवे छड्ड के अहमद शाह अब्दाली नाल दो हत्थ करांगे, पर छेती दे आउण करके अहमद शाह अब्दाली अपनियां फौजां नूं हुक्म दिंदा है, सरदार जस्सा सिंह आलूवालिया, सरदार जस्सा सिंह रामगढ़िया, सरदार चढ़त सिंह, सरदार जय सिंह कन्हैया, ये बहुत सारे जिहड़े सिख आगू सन उस समय सिर ना सिर जोड़ के लड़े। ये फैसला होया लड़ाई का कि सारे पासे अपनी फौज घेरा बनाएगी खालसे दी, विच बजुर्ग औरतां ते बच्चे होणगे जिन्हां दी राखी की जाएगी, ते लड़दियां होया तुर तुर के हौली हौली चलिया जाएगा। बहुत भयानक समा सी। समा है गुरु प्यारी साध संगत 5 फरवरी 1762 ईस्वी। अहमद शाह अब्दाली बड़े जोरदार तरीके नाल हमला करता है। इस हमले विच एक पास्यों जिहड़ी ਸਿੰਘਾਂ ਦੀ बनाई हुई दीवार सी वो टुट जाती है। कतलो गारत उन्हें देखा नहीं, ये बच्चा है, औरत है, मर्द है, बजुर्ग है, कतल करने शुरू कर दिते। इस लड़ाई दे विच कौमी आगू सरदार जस्सा सिंह आलूवालीए दे शरीर ते 52 फट लगे ने। लड़ रहे सन बड़ी बहादरी नाल। सरदार चढ़त सिंह आण के कहिंदा, भई जे हुक्म करो जथेदार जी, आपो अपनी मिसल बचा लईए। मैनूं खिमा करना संगत, इतिहास अज भी रोशनी दिंदा है। अज असीं अपनियां अपनियां जथेबंदियां अपनियां अपनियां संप्रदावां ते बचा रहे हैं। सानूं पंथ की चिंता बड़ी घट आ। पंथ किसी एक जथेबंदी, पंथ किसी एक संप्रदा का नहीं, बल्कि असी सारे ही मिल के पंथ बनते हाँ, जो एक अकाल पुरख 10 गुरु साहिबान गुरु ग्रंथ साहिब की बाणी खंडे बाटे की पाहुल ते निश्चा रखते हैं, किसी होर धर्म नूं नहीं मनते। वो इस्त्री ते पुरख असी सारे गुरु खालसा पंथ के मैंबर हाँ। त्यार बर त्यार ਸਿੰਘਾਂ ਦੇ समूह नूं खालसा पंथ कहा जाता है। असी अज धड़ियां विच, चलो मैं बेनती करा, वो गल सी अज भी सानूं रोशनी दिंदी है। वो कहता अपनी अपनी मिसल बचा लीए। सरदार जस्सा सिंह आलूवालिया गरज के एक कौम नूं संदेश दिंदा जो अज मन विच वसा लेना। वो कहंदे मिसल वंड अब कबू ना पावो, रल मिल चल खड़ पंथ बचावो। पंथ दा बचाउणा जरूरी है। बड़ी सेवा की सरदार चढ़त सिंह ने, तेगां वाहियां। उस समय एक जिक्र आउंदा है कि सरदार जस्सा सिंह दे अंग पालक भाई गुरमुख सिंह ने इन्हां दे घोड़े नूं चाबक मारी, घोड़ा तुड़ नहीं सी रहा,
ਕਿੰਨਾ ਕੁ ਉਹ ਕੌਮੀ ਜਰਨੈਲ ਹੋਵੇਗਾ। ਰੋਕ ਦਿੰਦਾ, ਕਹਿੰਦਾ ਬਿਲਕੁਲ ਐਸਾ ਨਾ ਕਰੀ, ਭੱਜ ਜਾਣ ਨਾਲੋਂ ਸ਼ਹਾਦਤ ਬਿਹਤਰ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਸ਼ਬਦ ਲਿਖੇ ਨੇ, ਉਹ ਕਹਿੰਦੇ ਨੇ, ਪੰਥ ਸੁਣੈ ਹਮਕੋ ਕਰੈ ਠੱਠਾ, ਘੋੜਾ ਦੌੜਾਏ ਜੱਸਾ ਸਿੰਘ ਨੱਠਾ, ਕਿਆ ਮੂੰਹ ਲੈ ਬਹਿ ਦੀਵਾਨ, ਕਰੈ ਮਸਕਰੀ ਹਮਕੋ ਆਣ, ਮੈਂ ਖਾਲਸੇ ਪਾਤਸ਼ਾਹ ਬਣਾਇਓ, ਤੁਮ ਚਾਹਤ ਹਮ ਗੀਦੀ ਬਣਾਇਓ, ਇਹ ਜੀਵਨ ਤੇ ਮਰਨੋਂ ਦੋਸ਼ ਭੇਸ਼, ਰਹਿ ਜਸ ਜੈ ਜਗ ਮੈਂ ਲੇਸ਼। ਇਹੋ ਜਿਹਾ ਕੌਮੀ ਆਗੂ ਅੱਗੇ ਹੋ ਕੇ ਲੜਦਾ ਹੈ। ਬੜੀ ਲੜਾਈ ਦੇ ਬਾਵਜੂਦ ਵੀ ਇਸ 2 ਦਿਨ ਦੀ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ 30,000 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੈ। ਬਹੁਤ ਵੱਡੀ ਸੱਟ ਸੀ, ਪਰ ਖਾਲਸਾ ਚੜ੍ਹਦੀ ਕਲਾ ਵਿੱਚ ਕਹਿੰਦਾ, ਤਤ ਖਾਲਸਾ ਰਹਿ ਗਇਓ, ਗਇਓ ਸੋ ਖੋਟ ਗਵਾਏ। 1761 ਨੂੰ ਉਜੈਬ ਖਾਨ ਸਮੇਂ ਜੱਸਾ ਸਿੰਘ ਆਹਲੂਵਾਲੀਆ ਨੇ ਲਾਹੌਰ ਫਤਿਹ ਕੀਤਾ ਹੈ, ਔਰ ਉੱਥੇ ਫਿਰ ਲਾਹੌਰ ਦੇ ਵਿੱਚ ਖਾਲਸਾ ਰਾਜ ਤੇ ਖਾਲਸਾ ਰਾਜ ਦੇ ਬਾਦਸ਼ਾਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬਣਾਇਆ। ਇਹ ਖਾਲਸੇ ਦਾ ਸਿੱਕਾ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ। 1710 ਤੋਂ ਬਾਅਦ ਇਹ ਸਿੱਕਾ ਹੁਣ ਆਣ ਕੇ ਗੁਰੂ ਪਿਆਰੀ ਸਾਧ ਸੰਗਤ 1761 ਵਿੱਚ ਚੱਲਦਾ ਹੈ। ਸ਼ਬਦ ਉਹੋ ਹੀ ਨੇ, ਦੇਗੋ ਤੇਗੋ ਫਤਿਹ, ਨੁਸਰਤ ਬੇਦ ਰੰਗ, ਯਾਫਤ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਦੇਗ ਤੇਗ ਦੀ ਫਤਿਹ ਤੇ ਅਟਲ, ਦੇਗ ਤੇਗ ਦੀ ਫਤਿਹ ਤੇ ਅਟਲ ਫਤਿਹ, ਬਖਸ਼ਿਸ਼ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੀ ਹੈ। ਕੁਝ ਸਮਾਂ ਇਹ ਰਾਜ ਚੱਲਿਆ ਸੀ। ਅਹਿਮਦ ਸ਼ਾਹ ਅਬਦਾਲੀ ਦੇ ਆਇਆ ਫਿਰ ਨਿਕਲ ਤੁਰੇ। ਇਹਨਾਂ ਪੰਥ ਸ਼ਹੀਦ ਕਰਵਾ ਕੇ ਅਹਿਮਦ ਸ਼ਾਹ ਅਬਦਾਲੀ ਸੋਚਦਾ ਖਤਮ ਹੋ ਗਏ ਸਿੱਖ, ਪਰ ਇਹਨੂੰ ਪਤਾ ਨਹੀਂ 13 ਜਨਵਰੀ 1764 ਇਹ ਵੀ ਇੱਕ ਇਤਿਹਾਸਿਕ ਦਿਹਾੜਾ ਹੈ, ਜਿਸ ਜਗ੍ਹਾ ਤੇ ਸਾਹਿਬਜ਼ਾਦੇ ਸ਼ਹੀਦੀ ਦਿੰਦੇ ਨੇ ਸਰਹੰਦ। ਗੁਰੂ ਖਾਲਸੇ ਨੇ ਇੱਕ ਬਚਨ ਕਿਹਾ ਸੀ ਕਿ ਸਰਹੰਦ ਦੀ ਇੱਟ ਨਾਲ ਇੱਟ ਵਜਾਉਣੀ ਹੈ। ਕਈ ਮੌਕੇ ਆਏ, ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਫਤਿਹ ਕੀਤਾ। ਅੱਜ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਇੱਥੋਂ ਦੇ ਸੂਬੇਦਾਰ ਜੈਨ ਖਾਨ ਨੂੰ ਮੁਕਾਇਆ, ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਸਮੇਂ ਕੌਮ ਨੇ ਰੀਝਾਂ ਲਾਈਆਂ, ਪੂਰੀ ਸਰਹੰਦ ਦੀਆਂ ਇੱਟਾਂ ਨੀਆਂ ਤੋਂ ਪੁੱਟ ਕੇ ਦਰਿਆ ਵਿੱਚ ਸੁੱਟ ਦਿੱਤੀਆਂ ਤੇ ਸ਼ਹਿਰ ਬਿਲਕੁਲ ਉਜਾੜ ਕੇ ਰੱਖ ਦਿੱਤਾ। ਇਹ ਅਰਦਾਸ ਵਿੱਚ ਸ਼ਬਦ ਨੇ, ਖਾਲਸਾ ਜੀ ਕੇ ਬੋਲ ਬਾਲੇ, ਜੋ ਖਾਲਸਾ ਬੋਲਦਾ ਹੈ ਉਹ ਅੱਜ ਨਹੀਂ ਤੇ ਕੱਲ ਨੂੰ ਜ਼ਰੂਰ ਹੁੰਦਾ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਉਦੇਸ਼ ਦਿੱਤਾ ਜਾਂਦਾ ਹੈ ਕਿ ਜੋ ਸਾਡੇ ਬਜ਼ੁਰਗਾਂ ਨੇ ਕਿਹਾ ਉਹਨੂੰ ਪੂਰਿਆਂ ਕਰਨਾ ਹੈ। ਅਰਦਾਸ ਵਿੱਚ ਸ਼ਾਮਿਲ ਕੀਤਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ, ਅੱਜ ਕੌਮ ਇਹ ਧਈਆ ਤਾਵੇ, ਸਿੱਖ ਸਿਧਾਂਤ ਤੇ ਸਿੱਖ ਸਰੂਪ ਮੇਰੀ ਜਾਨ ਦੇ ਨਾਲ ਨਿਭ ਜਾਵੇ। ਗੁਰੂ ਪਿਆਰੀ ਸਾਧ ਸੰਗਤ, ਫਿਰ ਸਮਾਂ ਆਉਂਦਾ ਹੈ 1775 ਦਾ। 9 ਲੱਖ ਰੁਪਈਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਰਹੰਦ ਵਿੱਚੋਂ ਮਿਲਿਆ, ਉਹਨਾਂ ਦੇ ਹਿੱਸੇ ਦਾ। ਸਮਾਂ ਆਉਂਦਾ ਹੈ ਦਰਬਾਰ ਸਾਹਿਬ ਦੀ ਸੇਵਾ ਦਾ। ਜਿੰਨੀ ਮਾਇਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਮਿਲੀ ਸੀ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਬਰੂਦ ਨਾਲ ਉਡਾਇਆ, ਇਮਾਰਤ ਢਾਹ ਦਿੱਤੀ, ਤੇ ਹੁਣ ਸਭ ਤੋਂ ਪਹਿਲਾਂ ਜਦੋਂ ਚਾਦਰ ਵਿਛਾ ਕੇ ਗੱਲ ਹੋਈ, ਉਹ 9 ਲੱਖ ਰੁਪਈਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਲਿਆ ਕੇ ਰੱਖਿਆ ਕਿ ਹਰਿਮੰਦਰ ਸਾਹਿਬ ਦੀ ਸੇਵਾ ਵਾਸਤੇ ਮੇਰੀ ਮਾਇਆ। 5 ਲੱਖ ਹੋਰ ਇਕੱਠਾ ਹੋਇਆ, ਭਾਈ ਦੇਸ ਰਾਜ ਨੂੰ ਸੇਵਾ ਸੌਂਪੀ ਗਈ। ਐਡਾ ਮਹਾਨ ਜਿੱਥੇ ਤੇਗ ਦਾ ਧਣੀ ਹੈ, ਉੱਥੇ ਦਿਲ ਵੀ ਬੜਾ ਖੁੱਲ੍ਹਾ ਹੈ। ਇਤਿਹਾਸ ਵਿੱਚ ਸ਼ਬਦ ਪੜ੍ਹੇ ਨੇ, ਜਿਹੜੀ ਪੁਸ਼ਾਕ ਇੱਕ ਵਾਰੀ ਪਾਉਂਦੇ ਸਨ, ਦੂਸਰੀ ਵਾਰੀ ਨਹੀਂ ਪਾਉਂਦੇ, ਕਿਸੇ ਨੂੰ ਦੇ ਦਿੰਦੇ ਸਨ। ਕੀਮਤੀ ਪੁਸ਼ਾਕਾਂ ਵੰਡਣ ਵਾਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਨੇ 16 ਅਪ੍ਰੈਲ 1675 ਨੂੰ ਖਾਲਸੇ ਨੇ ਫਿਰ ਲਾਹੌਰ ਤੇ ਕਬਜ਼ਾ ਕੀਤਾ। ਫਿਰ ਸਿੱਕਾ ਚੱਲਿਆ ਗੁਰੂ ਪਿਆਰੀ ਸਾਧ ਸੰਗਤ। ਅਹਿਮਦ ਸ਼ਾਹ ਅਬਦਾਲੀ ਜਿਹੜਾ 1747 ਤੋਂ ਹਮਲਾ ਕਰਦਾ, ਇਹ ਸਮਾਂ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਉਭਾਰ ਦਾ। 8 ਹਮਲੇ ਕਰਦਾ। 8ਵੇਂ ਹਮਲੇ ਤੇ ਸਰਦਾਰ ਜੱਸਾ ਸਿੰਘ ਦੀ ਅਗਵਾਈ ਥੱਲੇ ਇੰਨੀ ਕੁ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਨੁਕਸਾਨ ਕੀਤਾ ਕਿ ਇਹ ਪਹਿਲੀ ਵਾਰੀ ਇਤਿਹਾਸ ਵਿੱਚ ਹੋਇਆ ਕਿ ਅਹਿਮਦ ਸ਼ਾਹ ਅਬਦਾਲੀ ਆਪਣੀ ਜਾਨ ਬਚਾ ਕੇ ਖਾਲਸੇ ਤੋਂ ਦੌੜਿਆ, ਉਸ ਤੋਂ ਬਾਅਦ ਹਮਲਾ ਨਹੀਂ ਕੀਤਾ। ਇਹਦੇ ਨਾਲ ਆਇਆ ਹੋਇਆ ਕਾਜੀ ਨੂਰਦੀਨ ਮੁਹੰਮਦ ਕਹਿੰਦਾ ਇਹਨਾਂ ਨੂੰ ਸੱਗ ਨਾ ਕਵੋ, ਇਹ ਸ਼ੇਰ ਨੇ, ਮੈਦਾਨੇ ਜੰਗ ਵਿੱਚ ਮਾਨੋ ਮੌਤ ਤੁਰੀ ਫਿਰਦੀ ਹੈ। ਜਦੋਂ ਤੇਗ ਨੂੰ ਹੱਥ ਪਾਉਂਦੇ ਨੇ ਤੇ ਦੁਸ਼ਮਣ ਦੀਆਂ ਜਾਨਾਂ ਕੰਬਦੀਆਂ ਨੇ, ਜਦੋਂ ਤੀਰ ਖਿੱਚਦੇ ਨੇ ਤੇ ਮਾਨੋ ਆਕਾਸ਼ ਦੇ ਬੱਦਲ ਗਰਜਦੇ ਨੇ। ਕਹਿੰਦਾ ਜੇ ਲੜਨਾ ਸਿੱਖਣਾ ਤੇ ਇਹਨਾਂ ਕੋਲੋਂ ਸਿੱਖੋ। ਪਰ ਇਹ ਗੱਲ ਕਮਾਲ ਦੀ ਕਹਿੰਦਾ ਗੁਰੂ ਕੇ ਸਿੱਖ ਮੈਦਾਨੇ ਜੰਗ ਵਿੱਚ ਜ਼ਖਮੀ ਬਜ਼ੁਰਗ ਔਰਤ ਉੱਪਰ ਹੱਥ ਨਹੀਂ ਚੁੱਕਦੇ। ਇਹ ਸਿੱਖਾਂ ਦੇ ਕਿਰਦਾਰ ਦੀ ਸਿਖਰਤਾ ਸੀ ਜਿਹਨੇ ਇਹਨਾਂ ਨੂੰ ਖਾਲਸਾ ਰਾਜ ਤੱਕ ਪਹੁੰਚਾਇਆ ਹੈ। 1780 ਦੇ ਵਿੱਚ ਕਪੂਰਥਲੇ ਦੇ ਉੱਪਰ ਕਬਜ਼ਾ ਕੀਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ।
गुरु प्यारी साध संगत, सरदार जस्सा सिंह आहलूवालिया उन्हां दी अंतिम ਜਿਹੜੇ 4 ਸਾਲ ने जीवन ਦੇ 1783 ਦੇ ਵਿੱਚ ਉਹ 10 ਅਕਤੂਬਰ ਨੂੰ ਅਕਾਲ ਚਲਾਣਾ ਕਰਦੇ ਨੇ। ਜੀਵਨ ਦੇ ਪਿਛਲੇ ਸਾਲ 4 ਸਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਕੀਤੀ ਹੈ। ਸ਼ਹਿਰ ਨੂੰ ਉਸਾਰਿਆ ਹੈ ਸੋਹਣੇ ਤਰੀਕੇ ਦੇ ਨਾਲ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਦੋਂ ਅਕਾਲ ਚਲਾਣਾ ਕਰਦੇ ਨੇ, ਇੱਕ ਗੱਲ ਕਹਿੰਦੇ ਨੇ, ਮੇਰੇ ਸੰਸਕਾਰ ਤੱਕ ਅੱਖਾਂ 'ਚੋਂ ਅਥਰੂ ਨਾ ਵਹਾਇਓ, ਵਾਹਿਗੁਰੂ ਦਾ ਜਪ ਕਰਿਓ। ਇਹ ਉਹ ਮਹਾਨ ਸ਼ਖਸੀਅਤ 10 ਅਕਤੂਬਰ 1783 ਨੂੰ ਅਕਾਲ ਚਲਾਣਾ ਕਰ ਗਈ। ਐਡੀ ਮਹਾਨ ਸ਼ਖਸੀਅਤ 18 ਰਾਗ ਦਾ ਕੀਰਤਨ ਜਾਣਦੇ ਨੇ। ਐਡੀ ਮਹਾਨ ਸ਼ਖਸੀਅਤ ਕਿ ਹਰ ਕਿਸੇ ਨੂੰ ਅੰਮ੍ਰਿਤ ਪਾਨ ਕਰਾਉਣ ਵਾਸਤੇ ਤਿਆਰ ਰਹਿੰਦੇ ਨੇ। ਖੰਡਾ ਬਾਟਾ ਇਹਨਾਂ ਦੇ ਘੋੜੇ ਨਾਲ ਵੱਜਿਆ ਰਹਿੰਦਾ ਹੈ। ਵੱਡੇ ਵੱਡੇ ਸਰਦਾਰ ਇਹਨਾਂ ਕੋਲੋਂ ਅੰਮ੍ਰਿਤ ਪਾਨ ਕਰਨ ਵਾਸਤੇ ਤਰਸਦੇ ਸਨ। ਹਰ ਵੇਲੇ ਜਿਹਨੂੰ ਆਪਣੇ ਕੋਲ ਰੱਖਣਾ ਹੈ, ਜਿਹਨੂੰ ਆਪਣੀ ਫੌਜ 'ਚ ਭਰਤੀ ਕਰਨਾ, ਉਹਨੂੰ ਅੰਮ੍ਰਿਤ ਛਕਾ ਕੇ ਕਰਨਾ ਹੈ। ਅੱਜ ਸਾਰੀ ਕੌਮੇ ਜਥੇਬੰਦੀਆਂ ਪਿਆਰ ਦੇ ਨਾਲ ਅੰਮ੍ਰਿਤ ਸੰਚਾਰ ਵੱਲ ਜ਼ਰੂਰੀ ਧਿਆਨ ਦੇਣ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਸਰੀਰ ਬਹੁਤ ਤਗੜਾ ਸੀ, ਜਵਾਨ ਸੀ, ਬਾਹਾਂ ਲੰਮੀਆਂ, ਕੱਦ ਉੱਚਾ, ਦਸਤਾਰ ਦਾ ਬੰਦੇਜ ਥੋੜਾ ਮੁਗਲਈ ਸੀ, ਬੋਲੀ ਫਾਰਸੀ, ਰਾਜਨੀਤੀ ਤੇ ਦੂਰ ਅੰਦੇਸ਼, ਖਾਲਸਾ ਰਾਜ ਦੀ ਸੋਚ ਨੂੰ ਰੱਖਣ ਵਾਲੇ, ਖਾਲਸਾ ਰਾਜ ਦੇ ਅਲੰਬੜਦਾਰ ਤੇ ਦੁਨੀਆ ਦੇ ਮਹਾਨ ਜੇਤੂ ਅਹਿਮਦ ਸ਼ਾਹ ਅਬਦਾਲੀ, ਜਿਹਦੇ ਅੱਗੇ ਪੂਰਾ ਹਿੰਦੁਸਤਾਨ ਨਹੀਂ ਖਲੋ ਸਕਿਆ, ਆਪਣੀ ਤੇਗ ਦੇ ਨਾਲ ਉਹਨੂੰ ਖਿਦਾਰ ਦਿੱਤਾ ਹੈ। ਨਾਦਰ ਸ਼ਾਹ ਵਰਗਾ ਵੀ ਕਹਿ ਉੱਠਿਆ, ਮੀਰ ਮਨੂੰ ਅੱਜ ਨਹੀਂ ਤੇ ਕੱਲ ਇਹ ਖਾਲਸਾ ਜਿਹੜਾ ਹੈ ਉਹ ਰਾਜ ਕਰਕੇ ਛੱਡੇਗਾ। ਹਰ ਅਵਸਥਾ ਦੇ ਵਿੱਚ ਔਰ ਇੰਨੇ ਪਿਆਰ ਵਾਲੇ ਨੇ ਕੌਮੀ, ਕਿਤੇ ਖਾਲਸਾ ਤਿਆਰ ਹੋਇਆ ਬਾਬਾ ਆਲਾ ਸਿੰਘ ਨੂੰ ਸੋਧਣ ਵਾਸਤੇ ਵੀ ਇਹਨੇ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਕਿਉਂ ਦਿੱਤਾ ਹੈ। ਹੋ ਤੁਰੇ ਅੱਗੇ, ਝਗੜੇ ਵਿੱਚ ਜਾ ਕੇ ਖਲੋਗੇ, ਕਹਿਣ ਲੱਗੇ ਆਪਣੇ ਨੇ, ਝਗੜਨਾ ਨਹੀਂ, ਅੰਮ੍ਰਿਤ ਪਾਨ ਕਰਕੇ ਖਾਲਸਾ ਪੰਥ ਵਿੱਚ ਸ਼ਾਮਿਲ ਕਰੋ, ਤਨਖਾਹ ਲਾਓ। ਅੱਜ ਆਪੋ ਚੋਦੀ ਲੜਦੇ ਸਮੇਂ ਖਿਆਲ ਰੱਖਿਓ ਜੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਸੁਪਨਾ ਹੈ ਕਿ ਕੌਮ ਲੜੇ ਨਾ ਤੇ ਅਸੀਂ ਇੱਕ ਦੂਜੇ ਨਾਲ ਪਿਆਰ ਕਰਕੇ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹੋਣ ਦੇ ਨਾਤੇ ਪਿਆਰ ਕਰੀਏ। ਇਹ ਉਹਨਾਂ ਦਾ ਸੁਪਨਾ ਹੈ। ਉਹ ਚੜ੍ਹਦੀ ਕਲਾ ਵਿੱਚ ਖਾਲਸਾ ਰਾਜ ਦਾ ਸੁਪਨਾ ਲੈਣ ਵਾਲਾ, ਦੁਸ਼ਮਣਾਂ ਵਾਸਤੇ ਉਹ ਹਵਾ ਸੀ, ਮੌਤ ਸੀ, ਆਪਣਿਆਂ ਵਾਸਤੇ ਉਹ ਕੌਮੀ ਜਥੇਦਾਰ ਸੀ। ਸਾਰੀ ਕੌਮ ਨੇ ਉਹਦੇ ਹਰ ਹੁਕਮ ਨੂੰ ਮੰਨਿਆ ਹੈ, ਸਿਰ ਝੁਕਾ ਕੇ ਮੰਨਿਆ ਹੈ। ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਪਣੀ ਜੀਵਨ ਦੀ 65 ਸਾਲ ਦੀ ਯਾਤਰਾ ਮਾਤਾ ਸੁੰਦਰ ਕੌਰ ਜੀ ਦੀ ਗੋਦ ਦਾ ਆਨੰਦ ਮਾਣਨ ਵਾਲਾ, ਨਵਾਬ ਕਪੂਰ ਸਿੰਘ ਦੀਆਂ ਅੱਖਾਂ ਦਾ ਤਾਰਾ, ਪੰਥ ਦੀ ਸੇਵਾ ਕਰਨ ਵਾਲਾ, ਦੇਗ ਤੇ ਤੇਗ ਨਾਲ ਸੇਵਾ ਕਰਨ ਵਾਲਾ, ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਮੀ ਜਰਨੈਲ, ਜਿਹਦੇ ਬਾਰੇ ਅੱਜ ਗੱਲ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਅੰਦਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਗੁਰਸਿੱਖੀ, ਨਿਤਨੇਮ, ਦ੍ਰਿੜਤਾ, ਚੜ੍ਹਦੀ ਕਲਾ, ਪੰਥ ਪ੍ਰੇਮ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੁਝ ਕਰ ਗੁਜ਼ਰਨ ਦੀ ਜਿਹੜੀ ਸਪਿਰਿਟ ਹੈ, ਜਿਹੜਾ ਜਜ਼ਬਾ ਹੈ, ਉਹ ਗੁਰੂ ਕਿਰਪਾ ਕਰਨ ਸਾਡੇ ਵਿੱਚ ਭਰਨ। ਵਿਚਾਰਾਂ ਕਰਦੇ ਹਾਂ ਬਹੁਤ ਸਾਰੀਆਂ ਗਲਤੀਆਂ, ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਾਹਿਬ ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੀ ਦਾਤ ਪ੍ਰਾਪਤ ਹੋਵੇ। ਇਹਨਾਂ ਬਾਬਾਣੀਆਂ ਕਹਾਣੀਆਂ ਨੂੰ ਸੁਣ ਕੇ ਅਸੀਂ ਸਾਡੇ ਪੁੱਤ ਪੋਤਰੇ ਗੁਰੂ ਨਾਨਕ, ਗੁਰੂ ਕਲਗੀਧਰ ਪਿਤਾ ਦੀ ਸਿੱਖੀ ਦੇ ਵਾਰਿਸ ਬਣ ਸਕੀਏ। ਇਹੋ ਹੀ ਉਦੇਸ਼ ਹੈ। ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਹਰ ਬੁੱਧਵਾਰ ਨੂੰ ਸਿੱਖ ਵਿਰਾਸਤ ਇੰਟਰਨੈਸ਼ਨਲ ਦੇਖਦੇ ਹੋ। ਮੈਂ ਆਪ ਜੀ ਨੂੰ ਬੇਨਤੀ ਕਰਦਾ ਚੱਲਾਂ, ਆਪ ਜੀ ਨੇ ਆਪਣੇ ਕੀਮਤੀ ਵਿਚਾਰ, ਸੁਝਾਅ ਸਿੱਖ ਚੈਨਲ ਨੂੰ ਜ਼ਰੂਰ ਦੇਣੇ ਹਨ। ਆਪ ਜੀ ਨੂੰ ਪ੍ਰੋਗਰਾਮ ਕਿਵੇਂ ਦਾ ਲੱਗਦਾ ਹੈ, ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਸੁਚੱਜੇ ਢੰਗ ਨਾਲ ਚਲਾ ਸਕੀਏ। ਆਓ ਹੁਣ ਬਰਮਿੰਘਮ ਸਰਦਾਰ ਸਰਦੂਲ ਸਿੰਘ ਜੀ ਪਾਸ ਚੱਲਦੇ ਹਾਂ। ਉਹ ਉਡੀਕ ਕਰ ਰਹੇ ਨੇ। ਗਲਤੀਆਂ ਨੂੰ ਖਿਮਾ ਕਰਨਾ। ਅਰਦਾਸ ਕਰੀਏ ਸਾਰੇ ਮਿਲ ਕੇ। ਪੰਥ ਜੋ ਰਹਾ ਤੋ ਤੇਰਾ ਗ੍ਰੰਥ ਵੀ ਰਹੇਗਾ ਨਾਥ, ਗ੍ਰੰਥ ਜੋ ਨਾ ਰਹਾ ਤੇਰਾ ਪੰਥ ਕੌਣ ਮਾਨੇਗਾ। ਅੱਜ ਗ੍ਰੰਥ ਜੀ ਹੈ ਨੇ, ਅਸੀਂ ਪੰਥ ਦੇ ਰੂਪ ਵਿੱਚ ਹੋ ਕੇ ਇਕੱਠੇ ਹੋ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ ਹੋ ਕੇ ਚੱਲਣਾ। ਫਤਿਹ ਦੀ ਸਾਂਝ ਪਾਓ ਸਾਰੇ, ਗੱਜ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।